ਗੁਰੂ ਸਾਹਿਬ ਜੀਓ। ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇ। ਗੁਰ ਗੋਬਿੰਦ ਕੇ ਬਿਨ ਮਿਲੈ ਪਲਟ ਭਈ ਸਭ ਖੇ। ਸਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਸਤਿਗੁਰ ਕਿਰਪਾ ਨਿਧਾਨ ਸ੍ਰੀ ਨਾਨਕ ਜਗ ਬਿਦਤ ਜਪ। ਸੰਗਤ ਕੀਨ ਮਹਾਨ ਜਾਨੀ ਵਿਦਿਆ ਬਰਨ ਤਬ। ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਆਪਾਂ ਸਰਬੱਤ ਗੁਰੂ ਕੀਆਂ ਸੰਗਤਾਂ ਸਤਿਗੁਰਾਂ ਦੇ ਪਾਵਨ ਹਜੂਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਪਹੁੰਚ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਜੋ ਸਾਨੂੰ ਇਹ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠਣ ਦਾ ਵਡਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ, ਜਿਸ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰਬਾਣੀ ਦੇ ਪਾਠ ਕੀਰਤਨ ਕਥਾ ਦੇ ਰਾਹੀਂ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਪਾਵਨ ਉਪਦੇਸ਼ ਹੈ ਉਹ ਆਪਾਂ ਧਾਰਨ ਕਰਨ ਦਾ ਯਤਨ ਕਰਦੇ ਹਾਂ। ਪਾਵਨ ਜੋ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜੋ ਪਾਵਨ ਬਾਣੀ ਹੈ, ਜਿਵੇਂ ਪਹਿਲਾਂ ਆਮ ਸੰਸਾਰ ਦੇ ਅੰਦਰ ਜਿਹੜੀਆਂ ਪ੍ਰਚਲਿਤ ਭਾਸ਼ਾਵਾਂ ਸਨ, ਬਹੁਤਾਤ ਸੰਖਿਆ ਦੇ ਅੰਦਰ ਸੰਸਕ੍ਰਿਤ ਜਾਂ ਜਿਹੜੇ ਅਰਬੀ ਫਾਰਸੀ ਉਸ ਦਾ ਵਧੇਰੇ ਬੋਲਬਾਲਾ ਸੀ, ਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਪਾਵਨ ਬਾਣੀ ਦਾ ਜਿਹੜਾ ਜਿੱਥੇ ਰੱਬੀ ਬਾਣੀ ਦਾ ਉਚਾਰਨ ਕੀਤਾ, ਉੱਥੇ ਹੀ ਨਾਲ ਸਤਿਗੁਰੂ ਸਾਹਿਬ ਜੀ ਨੇ ਸਾਡੇ ਗੁਰਸਿੱਖਾਂ ਦੇ ਭਲੇ ਦੇ ਲਈ ਇੱਕ ਨਵੀਂ ਜਿਹੜੀ ਭਾਸ਼ਾ, ਜਿਸ ਨੂੰ ਗੁਰਮੁਖੀ ਅੱਖਰ ਔਰ ਆਮ ਬੋਲੀ ਜਿਸ ਨੂੰ ਪੰਜਾਬੀ ਆਖਣਾ ਸ਼ੁਰੂ ਕੀਤਾ ਹੈ। ਕਈ ਵਾਰ ਇਹ ਸਵਾਲ ਵੀ ਕੀਤਾ ਜਾਂਦਾ ਹੈ ਕਿ ਜਿਹੜੀ ਗੁਰਮੁਖੀ ਭਾਸ਼ਾ ਹੈ, ਇਹ ਜਿਹੜੇ ਗੁਰਮੁਖੀ ਅੱਖਰ ਹਨ, ਇਹ ਕਦੋਂ ਅਤੇ ਕਿਸ ਨੇ ਆਰੰਭ ਕੀਤੇ ਸਨ। ਇਸ ਦੀ ਜਿਹੜੀ ਵਿਚਾਰ ਸਾਨੂੰ ਗੁਰਸਿੱਖਾਂ ਨੂੰ ਪਤਾ ਹੋਣੀ ਬਹੁਤ ਲਾਜ਼ਮੀ ਹੈ। ਇਸ ਦਾ ਜਿਹੜਾ ਪ੍ਰਮਾਣ ਹੈ, ਆਪਾਂ ਪਾਵਨ ਗੁਰਬਾਣੀ ਔਰ ਪਾਵਨ ਇਤਿਹਾਸ ਦੇ ਵਿੱਚੋਂ ਜਾਣ ਕਰਕੇ ਇਸ ਗੱਲ ਦੀ ਸਮਝ ਪ੍ਰਾਪਤ ਕਰਾਂਗੇ ਕਿ ਇਹ ਜਿਹੜੇ ਪਾਵਨ ਗੁਰਬਾਣੀ ਦੇ ਗੁਰਮੁਖੀ ਜਿਹੜੇ ਅੱਖਰ ਹਨ, ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਆਪਣੇ ਕਰ ਕਮਲਾਂ ਤੋਂ, ਆਪਣੇ ਮੁਖਾਰ ਬਿੰਦ ਤੋਂ ਇਸ ਦੀ ਜਿਹੜੀ ਉਚਾਰਨਾ ਉਹ ਕੀਤੀ ਹੈ। ਪਾਵਨ ਗੁਰਬਾਣੀ ਦੇ ਅੰਦਰ ਸਾਨੂੰ ਬਚਨ ਮਿਲਦੇ ਹਨ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜੀ ਪੱਟੀ ਬਾਣੀ ਹੈ, ਉਹ ਜਿਹੜੀ ਬਾਣੀ ਹੈ ਜਿਸ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਜਿਹੜੇ 35 ਅੱਖਰ ਹਨ, ਉਹਨਾਂ ਦੇ ਰਾਹੀਂ ਸਾਡੇ ਗੁਰਸਿੱਖਾਂ ਦੇ ਤਾਈਂ ਜਿਹੜਾ ਪਾਵਨ ਉਪਦੇਸ਼ ਹੈ ਉਹ ਬਖਸ਼ਿਆ ਹੈ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਨਾਲ ਇੱਕ ਦਾ ਉਪਦੇਸ਼ ਦਿੱਤਾ ਔਰ ਨਾਲ ਸਤਿਗੁਰੂ ਸਾਹਿਬ ਜੀ ਨੇ ਇਹ ਗੱਲ ਸਾਹਮਣੇ ਰੱਖੀ ਹੈ ਕਿ ਸਾਡੇ ਦੁਆਰਾ ਜਿਹੜੀ ਇਹ ਪਾਵਨ ਭਾਸ਼ਾ, ਜਿਸ ਨੂੰ ਗੁਰਮੁਖੀ ਆਖਿਆ ਜਾਂਦਾ ਹੈ, ਗੁਰਮੁਖੀ ਸ਼ਬਦ ਦੇ ਕਈ ਅਰਥ ਵਿਦਵਾਨ ਕਰਦੇ ਨੇ। ਗੁਰਮੁਖੀ ਦਾ ਇੱਕ ਅਰਥ ਹੈ ਕਿ ਜਿਹੜੀ ਭਾਸ਼ਾ ਸਤਿਗੁਰੂ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਗੁਰਮੁਖੀ, ਗੁਰੂ ਦੇ ਮੁਖ ਦੁਆਰਾ ਉਚਾਰਨ ਹੋਣ ਕਰਕੇ ਉਸ ਨੂੰ ਗੁਰਮੁਖੀ ਆਖਿਆ ਜਾਂਦਾ ਹੈ। ਤੇ ਦੂਸਰਾ ਇਸ ਦਾ ਅਰਥ ਕੀਤਾ ਜਾਂਦਾ ਹੈ ਗੁਰਮੁਖੀ,
ਜਿਹੜੀ ਭਾਸ਼ਾ ਨੂੰ ਗੁਰੂ ਸਾਹਿਬਾਨ ਜੀ ਨੇ ਮੁਖਤਾ ਦਿੱਤੀ ਹੈ, ਪਹਿਲ ਦਿੱਤੀ ਹੈ, ਇਹ ਐਸੀ ਇੱਕ ਭਾਸ਼ਾ ਹੈ। ਤੀਸਰਾ ਇਸ ਦਾ ਅਰਥ ਕੀਤਾ ਜਾਂਦਾ ਹੈ ਗੁਰਮੁਖੀ। ਜਿਹੜਾ ਗੁਰਸਿੱਖ ਹੋਣ ਦੇ ਨਾਤੇ ਇਸ ਗੁਰਮੁਖੀ ਭਾਸ਼ਾ ਨੂੰ ਪਹਿਲ ਦੇਵੇਗਾ, ਉਹਨਾਂ ਦਾ ਜਿਹੜਾ ਜੀਵਨ ਹੈ ਉਹ ਗੁਰਮੁਖਾ ਵਾਲਾ ਬਣ ਜਾਵੇਗਾ। ਗੁਰੂ ਕੇ ਬਚਨ, ਗੁਰੂ ਕੇ ਉਪਦੇਸ਼ ਦੇ ਉਧਾਰਨੀ ਹੋ ਜਾਵਣਗੇ। ਇਸ ਲਈ ਪਾਵਨ ਗੁਰਬਾਣੀ ਦੇ ਰਾਹੀਂ ਸਤਿਗੁਰੂ ਸਾਹਿਬ ਜੀ ਨੇ ਇਹ ਗੱਲ ਸਮਝਾਈ ਹੈ ਕਿ ਇਹ ਜਿਹੜੇ ਪਾਵਨ ਗੁਰਮੁਖੀ ਦੇ 35 ਅੱਖਰ ਹਨ, ਉਹ ਆਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰੇ ਹਨ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹ ਕੇ ਵੇਖਦੇ ਹਾਂ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਦੇ ਉੱਪਰ ਬੈਠਦੇ ਨੇ, ਉਸ ਸਮੇਂ ਸ੍ਰੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮਨ ਦੇ ਅੰਦਰ ਵਿਚਾਰ ਆਈ ਕਿ ਕੋਈ ਐਸਾ ਗੁਰਸਿੱਖ ਲੱਭਿਆ ਜਾਵੇ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਬੜੇ ਵਿਸਥਾਰ ਪੂਰਵਕ ਸਾਨੂੰ ਸੁਣਾਵੇ ਤੇ ਨਾਲ ਲਿਖਿਆ ਜਾਵੇ। ਭਾਲ ਕਰਨ ਤੋਂ ਗੁਰਸਿੱਖਾਂ ਨੇ ਆਖਿਆ ਕਿ ਭਾਈ ਬਾਲਾ ਜੀ ਬੇਅੰਤ ਸਮਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਰਹੇ ਹਨ। ਉਹਨਾਂ ਨੇ ਇਕੱਲਾ ਕੌਤਕ ਆਪਣੀ ਅੱਖੀ ਆਪਣੇ ਸਰੀਰ ਦੇ ਉੱਪਰ ਹੰਢਾਇਆ ਹੈ। ਉਹਨਾਂ ਨੂੰ ਬੇਨਤੀ ਕਰਕੇ ਬੁਲਾਇਆ ਜਾਵੇ। ਸ੍ਰੀ ਖਡੂਰ ਸਾਹਿਬ ਭਾਈ ਬਾਲਾ ਜੀ ਪਹੁੰਚਦੇ ਹਨ। ਸਭ ਤੋਂ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਵਿਚਾਰ ਕੀਤੀ ਕਿ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਪੱਤਰੀ ਹੈ ਕਿ ਜਨਮ ਕਦੋਂ ਹੋਇਆ, ਇਸ ਸੰਸਾਰ ਦੇ ਉੱਪਰ ਅਵਤਾਰ ਧਾਰਨ ਦਾ ਜਿਹੜਾ ਸਮਾਂ ਹੈ ਉਹ ਕਿਹੜਾ ਸੀ, ਕਿਹੜੀ ਉਹ ਥਿਤ ਸੀ, ਕਿਹੜਾ ਉਹ ਵਾਰ ਸੀ, ਕਿਹੜਾ ਉਹ ਮਹੀਨਾ ਸੀ, ਕਿਹੜਾ ਸਾਲ ਸੀ। ਇਸ ਗੱਲ ਦੀ ਪਹਿਲਾਂ ਜਿਹੜੀ ਵਿਚਾਰ ਹੈ ਉਹ ਗੁਰੂ ਸਾਹਿਬਾਨ ਜੀ ਨੇ ਚਲਾਈ ਤੇ ਭਾਈ ਬਾਲਾ ਜੀ ਆਖਣ ਲੱਗੇ ਕਿ ਇਹ ਜਿਹੜੀ ਗੱਲ ਹੈ, ਇਸ ਗੱਲ ਦਾ ਮੈਨੂੰ ਪੂਰਾ ਯਾਦ ਨਹੀਂ ਹੈ, ਪਰ ਇਸ ਦਾ ਜਿਹੜਾ ਸਮਾਧਾਨ ਇਦਾਂ ਹੋ ਸਕਦਾ ਹੈ ਕਿ ਬਾਬਾ ਕਲਿਆਣ ਚੰਦ ਮਹਿਤਾ ਕਾਲੂ ਜੀ ਤਾਂ ਇਸ ਸੰਸਾਰ ਤੋਂ ਚਲਾਣਾ ਕਰ ਗਏ ਹਨ, ਪਰ ਉਹਨਾਂ ਦੇ ਜਿਹੜੇ ਭਰਾ ਹਨ ਚਾਚਾ ਲਾਲੂ ਜੀ, ਉਹ ਹਜੇ ਵੀ ਮੌਜੂਦ ਹਨ। ਜੇ ਕਿਧਰੇ ਪਤਾ ਕੀਤਾ ਜਾਵੇ ਤੇ ਉਹਨਾਂ ਦੇ ਕੋਲੋਂ ਜਿਹੜੀ ਜਨਮ ਪੱਤਰੀ ਹੈ ਉਹ ਪ੍ਰਾਪਤ ਹੋ ਸਕਦੀ ਹੈ। ਭਾਈ ਬਾਲਾ ਜੀ ਦੀ ਡਿਊਟੀ ਲਾਈ ਗਈ ਕਿ ਜਾਓ ਤੁਸੀਂ ਜਨਮ ਪੱਤਰੀ ਲੈ ਕੇ ਲਭਾ ਕੇ ਲਿਆਓ। ਭਾਈ ਬਾਲਾ ਜੀ ਹੁਕਮ ਮੰਨ ਕਰਕੇ ਉਹ ਜਿਹੜੀ ਜਨਮ ਪੱਤਰੀ ਹੈ ਚਾਚਾ ਲਾਲੂ ਜੀ ਦੇ ਪਾਸੋਂ ਲੈ ਕੇ ਆਉਂਦੇ ਨੇ। ਆ ਕਰਕੇ ਕੀ ਵੇਖਦੇ ਹਨ ਕਿ ਉਹ ਜਿਹੜੀ ਜਨਮ ਪੱਤਰੀ ਸੀ ਉਹ ਦੇਵਨਾਗਰੀ ਅੱਖਰਾਂ ਦੇ ਵਿੱਚ ਲਿਖੀ ਹੋਈ ਸੀ। ਸੰਸਕ੍ਰਿਤ ਦੇ ਅੱਖਰਾਂ ਵਿੱਚ ਲਿਖੀ ਹੋਣ ਕਰਕੇ ਉਹ ਆਮ ਗੁਰਸਿੱਖਾਂ ਦੇ ਕੋਲੋਂ ਪੜ੍ਹੀ ਨਹੀਂ ਗਈ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਆਖਿਆ ਕਿ ਕੋਈ ਐਸਾ ਗੁਰਸਿੱਖ ਭਾਲੋ ਜਿਹੜਾ ਗੁਰਮੁਖੀ ਅੱਖਰ ਵੀ ਜਾਣਦਾ ਹੋਵੇ ਤੇ ਦੇਵਨਾਗਰੀ ਸੰਸਕ੍ਰਿਤ ਵੀ ਜਾਣਦਾ ਹੋਵੇ। ਭਾਲ ਕਰਨ ਤੋਂ ਇੱਕ ਗੁਰਸਿੱਖ ਲੱਭਿਆ ਜਿਸ ਦਾ ਨਾਮ ਸੀ ਭਾਈ ਪੈੜਾ ਮੁਖਾ। ਇਸ ਗੁਰਸਿੱਖ ਨੂੰ ਆਖਿਆ, ਪਾਵਨ ਇਤਿਹਾਸ ਦੇ ਅੰਦਰ ਬਚਨ ਮਿਲਦੇ ਹਨ, ਸਹਿਸਕ੍ਰਿਤ ਅਛਰ ਜਬ ਚੀਨੇ ਤਬ ਅੰਗਦ ਜੀ ਬਚਨ ਸੋ ਕੀਨੇ।
ਕਿ ਜਦੋਂ ਸਤਿਗੁਰਾਂ ਨੇ ਉਸ ਜਨਮ ਪੱਤਰੀ ਦੇ ਜਿਹੜੇ ਅੱਖਰ ਉਹ ਸੰਸਕ੍ਰਿਤ ਵਾਲੇ ਵੇਖੇ, ਇਨ ਅਛਰਨ ਕੋ ਜੋ ਜਾਣੈ। ਇੱਥੇ ਇਹ ਵੀ ਵਿਚਾਰ ਕਰਨੀ ਬਣਦੀ ਹੈ ਕਿ ਜਿਹੜੀ ਦੇਵਨਾਗਰੀ ਹੈ ਉਸ ਦੇ ਵਿੱਚੋਂ ਪਹਿਲਾਂ ਸਹਿਸਕ੍ਰਿਤੀ ਜਿਹੜੀ ਰਚਨਾ ਹੈ, ਭਾਸ਼ਾ ਹੈ, ਉਹ ਨਿਕਲਦੀ ਹੈ। ਸਹਿਸਕ੍ਰਿਤੀ ਦੇ ਵਿੱਚੋਂ ਅੱਗੇ ਜਾ ਕੇ ਜਿਹੜੀ ਸੰਸਕ੍ਰਿਤ ਹੈ ਉਹ ਬਣਦੀ ਹੈ। ਜਿਵੇਂ ਆਮ ਗੁਰਬਾਣੀ ਦੀ ਜਿਹੜੀ ਭਾਸ਼ਾ ਹੈ ਉਹ ਗੁਰਮੁਖੀ ਹੈ, ਪਰ ਉਹ ਗੁਰਮੁਖੀ ਤੋਂ ਅੱਗੇ ਸੁਖੈਨ ਹੋ ਕਰਕੇ ਆਮ ਬੋਲ ਚਾਲ ਦੀ ਜਿਹੜੀ ਭਾਸ਼ਾ ਹੈ ਉਹ ਪੰਜਾਬੀ ਹੋ ਗਈ ਹੈ। ਉਸੇ ਪ੍ਰਕਾਰ ਜਿਹੜੀ ਪੁਰਾਤਨ ਅਸਲ ਭਾਸ਼ਾ ਉਹ ਸਹਿਸਕ੍ਰਿਤੀ ਸੀ। ਉਸ ਤੋਂ ਬਾਅਦ ਜਿਹੜੀ ਸੰਸਕ੍ਰਿਤ ਹੈ ਇਹ ਇਸ ਦੇ ਵਿੱਚ ਤਬਦੀਲ ਹੁੰਦੀ ਹੈ, ਤੇ ਜਿਹੜੀ ਜਨਮ ਪੱਤਰੀ ਅਸਲ ਹੈ ਉਹ ਸਹਿਸਕ੍ਰਿਤੀ ਭਾਸ਼ਾ ਦੇ ਵਿੱਚ ਲਿਖੀ ਹੋਈ ਜਦੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੇਖੀ, ਇਹ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਇਨ ਅਛਰਨ ਕੋ ਜੋ ਜਾਣੈ ਸੋ ਯਾ ਕੋ ਪੜ ਅਰਥ ਬਖਾਨੈ, ਕਿ ਕੋਈ ਐਸਾ ਗੁਰਸਿੱਖ ਦੀ ਭਾਲ ਕਰੋ ਜਿਹੜਾ ਇਸ ਸਹਿਸਕ੍ਰਿਤੀ ਦੇ ਅੱਖਰਾਂ ਨੂੰ ਜਾਣਦਾ ਹੋਵੇ ਤੇ ਜਿਹੜਾ ਸਾਨੂੰ ਪੜ੍ਹ ਕਰਕੇ ਇਹਨਾਂ ਦੇ ਜਿਹੜੇ ਅਰਥ ਹੈ ਉਹ ਸੁਣਾ ਦੇਵੇ। ਗੁਰਮੁਖੀ ਚਹੀਏ ਕਰਵਾਈ, ਪੜ੍ਹੈ ਸੁਨਹਿ ਸਿੱਖ ਗੁਰਮਤਿ ਪਾਈ। ਤੇ ਨਾਲ ਅਸੀਂ ਉਸ ਗੁਰਸਿੱਖ ਦੇ ਕੋਲੋਂ ਇਸ ਦੀ ਠੇਠ ਜਿਹੜੀ ਗੁਰਮੁਖੀ ਭਾਸ਼ਾ ਹੈ ਉਹ ਜਨਮ ਪੱਤਰੀ ਦੀ ਕਰਵਾ ਦਿਆਂਗੇ, ਜਿਸ ਦੇ ਨਾਲ ਜਿਹੜੇ ਆਮ ਗੁਰਸਿੱਖ ਹਨ ਉਹ ਵੀ ਪੜ੍ਹ ਕੇ ਇਹ ਜਾਣ ਸਕਣ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਦੋਂ ਅਵਤਾਰ ਧਾਰਨ ਕੀਤਾ। ਸੋ ਇਸ ਗੱਲ ਦੀ ਵਿਚਾਰ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜੇ ਭਾਈ ਪੈੜਾ ਮੋਖਾ ਜੀ ਸਨ, ਜਿਨ੍ਹਾਂ ਦਾ ਇਲਾਕਾ ਸੁਲਤਾਨਪੁਰ ਦੇ ਵੱਲ ਹੈ, ਇਹਨਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਕੀਤੀ ਸੀ, ਜਿਸ ਕਰਕੇ ਇਹ ਗੁਰਮੁਖੀ ਅੱਖਰ ਜਾਣਦੇ ਸਨ। ਕਿਉਂਕਿ ਆਮ ਇਹ ਗੱਲ ਪ੍ਰਚਲਿਤ ਹੈ ਕਿ ਜਿਹੜੀ ਗੁਰਮੁਖੀ ਹੈ ਅੱਖਰ ਹਨ ਇਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਲਿਖੇ ਹਨ। ਪਰ ਜੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਲਿਖੇ ਹੁੰਦੇ ਤਾਂ ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਉਸ ਦੀ ਜਿਹੜੀ ਲਿਖਤ ਹੈ ਉਹ ਕਿਹੜੀ ਭਾਸ਼ਾ ਦੇ ਵਿੱਚ ਕੀਤੀ ਗਈ ਹੈ। ਇਸ ਲਈ ਇਸ ਗੱਲ ਦੀ ਪ੍ਰੋੜਤਾ ਕਰਨੀ ਬਣਦੀ ਹੈ ਕਿ ਜਿਹੜੇ ਗੁਰਮੁਖੀ ਅੱਖਰ ਹਨ ਆਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ, ਜਿਸ ਦਾ ਪ੍ਰਮਾਣ ਸਾਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਦੇ ਵਿੱਚੋਂ ਮਿਲਦਾ ਹੈ। ਇਸ ਲਈ ਇਹ ਜਿਹੜੀ ਗੁਰਮੁਖੀ ਭਾਸ਼ਾ ਹੈ, ਗੁਰਮੁਖੀ ਜਿਹੜੀ ਲਿਪੀ ਹੈ, ਇਸ ਦਾ ਸਾਡੇ ਮਨ ਦੇ ਵਿੱਚ ਸਤਿਕਾਰ ਹੋਣਾ ਬੜਾ ਲਾਜ਼ਮੀ ਹੈ। ਕਿਉਂਕਿ ਅੱਜ ਦੇ ਸਮੇਂ ਦੇ ਅੰਦਰ ਆਪਾਂ ਵੇਖਦੇ ਹਾਂ ਕਿ ਸਾਨੂੰ ਜਿਹੜਾ ਊੜੇ ਐੜੇ ਦਾ ਜਿਹੜਾ ਉਚਾਰਨ ਹੈ ਸਾਨੂੰ ਉਹ ਵੀ ਸ਼ੁੱਧ ਰੂਪ ਦੇ ਵਿੱਚ ਨਹੀਂ ਆ ਰਿਹਾ। ਆਮ ਪਹਿਲਾਂ ਸਮੇਂ ਦੇ ਅੰਦਰ ਸਕੂਲਾਂ ਕਾਲਜਾਂ ਦੇ ਵਿੱਚ ਬੜੀ ਸ਼ੁੱਧਤਾ ਦੇ ਨਾਲ ਪੜ੍ਹਾਇਆ ਜਾਂਦਾ ਸੀ, ਪਰ ਅੱਜ ਦੇ ਸਮੇਂ ਦੇ ਅੰਦਰ ਜਿਹੜੇ ਪੜ੍ਹਾਉਣ ਵਾਲੇ ਅਧਿਆਪਕ ਹਨ ਉਹਨਾਂ ਨੂੰ ਆਪ ਹੀ ਕਈ ਐਸੇ ਅੱਖਰ ਹਨ ਜਿਹੜੇ ਬੋਲਣੇ ਨਹੀਂ ਆ ਰਹੇ। ਉਹ ਆਮ ਕਰਕੇ ਜਿਹੜਾ 10ਵਾਂ ਅੱਖਰ ਹੈ ਨੰਗਾ, ਉਸ ਨੂੰ ਉਹ ਨਈਆਂ ਖਾਲੀ ਹੀ ਕਰਵਾਈ ਜਾ ਰਹੇ ਹਨ। ਸੋ ਇਸ ਲਈ ਸਾਡੇ ਮਨ ਦੇ ਅੰਦਰ ਜਿਸ ਬੋਲੀ ਨੂੰ, ਜਿਸ ਭਾਸ਼ਾ ਨੂੰ ਆਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਿਆ ਹੋਵੇ
ਉਸ ਦਾ ਸਤਿਕਾਰ ਕਰਨਾ ਸਾਡੇ ਲਈ ਸਾਡਾ ਇੱਕ ਜ਼ਰੂਰੀ ਫਰਜ਼ ਬਣਦਾ ਹੈ। ਫਿਰ ਹੀ ਅਸੀਂ ਗੁਰਬਾਣੀ ਔਰ ਗੁਰ ਇਤਿਹਾਸ ਦੇ ਨਾਲ ਜੁੜ ਸਕਦੇ ਹਾਂ। ਗੁਰਮੁਖੀ ਦੇ ਜਿਹੜੇ ਪਾਵਨ ਅੱਖਰ ਹਨ, ਇਹਨਾਂ ਦੇ ਉੱਪਰ ਗੁਰਸਿੱਖਾਂ ਦੀ ਇੰਨੀ ਭਾਵਨਾ ਹੋਇਆ ਕਰਦੀ ਸੀ ਕਿ ਜਿਹੜੇ ਤਰੁਣਾ ਦਲ ਦੇ ਸੰਤ ਬਾਬਾ ਬਿਸ਼ਨ ਸਿੰਘ ਜੀ ਮਹਾਂਪੁਰਖ ਹੋਏ ਨੇ, ਜਾਂ ਇਸੇ ਪ੍ਰਕਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਿਹੜੇ ਹੋਏ ਆ, ਆਪਣੇ ਜੀਵਨ ਕਾਲ ਦੇ ਅੰਦਰ ਜਦੋਂ ਤੋਂ ਗੁਰਬਾਣੀ ਦੀ ਸੰਥਿਆ ਪ੍ਰਾਰੰਭ ਕੀਤੀ, ਜਿਹੜੇ ਪਾਵਨ ਗੁਰਮੁਖੀ ਦੇ ਅੱਖਰ ਹਨ ਉਹਨਾਂ ਨੂੰ ਪੜ੍ਹਨਾ ਅਤੇ ਪੜ੍ਹਾਉਣਾ ਇਹ ਬੰਦ ਨਹੀਂ ਕੀਤਾ। ਭਾਵੇਂ ਕਿ ਆਪਾਂ ਜਦੋਂ ਉੱਚ ਕੋਟੀ ਦੀ ਵਿੱਦਿਆ ਪੜ੍ਹ ਲੈਂਦੇ ਹਾਂ, ਫਿਰ ਜਿਹੜੀ ਪਹਿਲ ਵਿੱਦਿਆ ਪੜ੍ਹੀ ਹੁੰਦੀ ਹੈ ਉਸ ਉੱਪਰ ਆਪਾਂ ਬਹੁਤੀ ਗੌਰ ਨਹੀਂ ਕਰਦੇ। ਪਰ ਮਹਾਂਪੁਰਖਾਂ ਦਾ ਐਸਾ ਪ੍ਰੇਮ ਸੀ ਤੇ ਗੁਰਸਿੱਖਾਂ ਦੀ ਆਮ ਇੱਕ ਭਾਵਨਾ ਸੀ ਕਿ ਜੇ ਅਸੀਂ ਗੁਰਬਾਣੀ ਨਹੀਂ ਵੀ ਪੜ੍ਹਨ ਜਾਣਦੇ, ਪੁਰਾਤਨ ਜਿਹੜੇ ਗੁਰਸਿੱਖ ਮਾਇਣਾ ਵੀਰ ਬਜ਼ੁਰਗ ਸਨ, ਉਹ ਗੁਰਮੁਖੀ ਦੇ ਅੱਖਰ ਪੜ੍ਹ ਕੇ ਹੀ ਇਹ ਮਹਿਸੂਸ ਕਰਦੇ ਸਨ ਕਿ ਜਿਵੇਂ ਅਸੀਂ ਗੁਰਬਾਣੀ ਪੜ੍ਹ ਲਈ ਹੈ। ਊੜਾ ਐੜਾ ਉਚਾਰ ਕਰਕੇ ਵੀ ਇਦਾਂ ਮਾਨ ਕਰਦੇ ਸਨ ਕਿ ਹੁਣ ਸਾਡੇ ਉੱਪਰ ਗੁਰੂ ਸਾਹਿਬਾਨ ਦੀ ਜਿਹੜੀ ਬਖਸ਼ਿਸ਼ ਹੈ ਉਹ ਹੋ ਜਾਵੇਗੀ। ਜਿਸ ਪ੍ਰਕਾਰ ਸੰਤ ਗਿਆਨੀ ਵਰਿਆਮ ਸਿੰਘ ਜੀ ਮਹਾਂਪੁਰਖ ਧੂਰਕੋਟ ਵਾਲੇ ਵੀ ਆਪਣੇ ਅਖੀਰੀ ਦਮ ਤੱਕ ਗੁਰਸਿੱਖ ਵਿਦਿਆਰਥੀਆਂ ਨੂੰ ਜਿਹੜੇ ਗੁਰਮੁਖੀ ਦੇ ਅੱਖਰ ਉਹ ਇਕੱਠਿਆਂ ਕਰਕੇ ਪੜ੍ਹਾਉਂਦੇ ਰਹੇ। ਕਹਿਣ ਤੋਂ ਭਾਵ ਇਹ ਹੈ ਕਿ ਗੁਰਬਾਣੀ ਦੀ ਸੰਥਿਆ ਭਾਵੇਂ ਕਰਵਾ ਦਿੱਤੀ, ਦਸਮ ਸਰਬ ਲੋਹ ਹੋਰ ਜਿਹੜੇ ਉੱਚ ਕੋਟੀ ਦੇ ਗ੍ਰੰਥ ਸਾਰ ਕੁਤਾਵਲੀ ਭਾਵਰਸ ਅੰਮ੍ਰਿਤ ਅਧਿਆਤਮ ਪ੍ਰਕਾਸ਼ ਵਿਚਾਰ ਸਾਗਰ ਵਿਚਾਰ ਚੰਦਰ ਉਦੈ ਬਿਰਤੀ ਪ੍ਰਭਾਕਰ, ਏਡੇ ਜਿਹੜੇ ਮਹਾਨ ਗ੍ਰੰਥ ਪੜ੍ਹਨ ਪੜ੍ਹਾਉਣ ਦੇ ਬਾਵਜੂਦ ਵੀ ਉਹਨਾਂ ਮਹਾਂਪੁਰਖਾਂ ਨੇ ਜਿਹੜਾ ਗੁਰਮੁਖੀ ਦਾ ਸਤਿਕਾਰ, ਗੁਰਮੁਖੀ ਦੀ ਜਿਹੜੀ ਮਾਣ ਮਰਿਆਦਾ ਉਸ ਨੂੰ ਤਿਆਗਿਆ ਨਹੀਂ। ਸੋ ਇਸ ਲਈ ਸਾਡੇ ਗੁਰਸਿੱਖਾਂ ਦਾ ਵੀ ਇਹ ਪਹਿਲ ਦਰਜਾ ਬਣਦਾ ਹੈ ਕਿ ਅਸੀਂ ਵੀ ਇਸ ਪਾਵਨ ਭਾਸ਼ਾ ਨੂੰ ਜਿਹੜਾ ਸਤਿਕਾਰ ਹੈ ਉਹ ਦੇਣਾ ਕਰੀਏ, ਕਿਉਂਕਿ ਅੱਜ ਅਸੀਂ ਦੂਸਰੀਆਂ ਭਾਸ਼ਾਵਾਂ ਬੋਲ ਕਰਕੇ ਬੜਾ ਮਾਣ ਮਹਿਸੂਸ ਕਰਦੇ ਹਾਂ ਤੇ ਮਾਡਰਨ ਜ਼ਮਾਨੇ ਦੇ ਅੰਦਰ ਅਸੀਂ ਇਹ ਗੱਲ ਭਾਸਦੇ ਹਾਂ, ਮਹਿਸੂਸ ਕਰਦੇ ਹਾਂ ਕਿ ਜੇ ਅਸੀਂ ਆਮ ਪੰਜਾਬੀ ਬੋਲੀ ਤੇ ਲੋਕ ਆਖਣਗੇ ਕਿ ਇਹ ਸ਼ਾਇਦ ਅਨਪੜ੍ਹ ਹੈ, ਅਸੀਂ ਇੰਨੀ ਸ਼ਰਮ ਗਰੀਬੀ ਦੀ ਨਹੀਂ ਕਰਦੇ ਜਿੰਨੀ ਅਸੀਂ ਪੰਜਾਬੀ ਬੋਲ ਕੇ ਕਰਦੇ ਹਾਂ। ਸੋ ਇਹ ਇੱਕ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੋਇਆ ਕਰਦੀ ਹੈ। ਸੋ ਇਸ ਲਈ ਆਪ ਅਸੀਂ ਗੁਰਮੁਖੀ ਦੇ ਅੱਖਰ ਜਿਹੜੇ ਹਨ ਉਹਨਾਂ ਦਾ ਸਤਿਕਾਰ ਕਰੀਏ ਅਤੇ ਆਪਣੇ ਬੱਚੇ ਬੱਚੀਆਂ ਨੂੰ ਜਿਹੜੇ ਗੁਰਮੁਖੀ ਦੇ ਸ਼ੁੱਧ ਅੱਖਰ ਹਨ ਉਹ ਗੁਰਸਿੱਖਾਂ ਦੇ ਮੇਲ ਜੋਲ ਦੇ ਨਾਲ ਜ਼ਰੂਰ ਇਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਕਰਨਾ ਕਰੀਏ। ਅੱਗੇ ਜੋ ਇੱਕ ਓੰਕਾਰ ਦੀ ਜਿਹੜੀ ਪਾਵਨ ਵਿਚਾਰ ਚੱਲ ਰਹੀ ਹੈ, ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਸਭ ਦੇ ਨਾਲੋਂ ਵੱਖਰਾ, ਸਭ ਦੇ ਨਾਲੋਂ ਜੁਦਾ ਉਹ ਕਿਵੇਂ ਹੈ ਵਾਹਿਗੁਰੂ, ਜਿਸ ਨੂੰ ਪਾਵਨ ਗੁਰਬਾਣੀ ਦੇ ਅੰਦਰ ਇੱਕ ਕਰਕੇ ਆਖਿਆ ਹੈ, ਜਿਸ ਨੂੰ ਪਾਵਨ ਗੁਰਬਾਣੀ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਓੰਕਾਰ ਕਰਕੇ ਆਖਿਆ ਹੈ। ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਕਿ ਉਹ ਵੇਦਾਂਤ ਮਤ ਦੇ ਵਿੱਚ ਕਲਪੇ ਹੋਏ ਜਿਹੜੇ ਕੁਝ ਵਿਚਾਰ ਹਨ, ਜਿਸ ਨੂੰ ਵਿਦਵਾਨ ਮਹਾਂਪੁਰਖ ਬਿਆਨ ਕਰਦੇ ਹਨ
ਕਿ ਇਹ ਜਿਹੜਾ ਸਾਡਾ ਬਾਹਰੀ ਤੌਰ ਤੇ ਜਿਹੜਾ ਸਰੀਰ ਹੈ, ਜਿਸ ਨੂੰ ਅਸੀਂ ਅਸਥੂਲ ਸਰੀਰ ਆਖਦੇ ਹਾਂ, ਇਸ ਤੋਂ ਬਾਅਦ ਇੱਕ ਸਾਡਾ ਹੈ ਸੂਖਸ਼ਮ ਸਰੀਰ, ਜਿਹੜਾ 17 ਤੱਤਾਂ ਦਾ ਬਣਿਆ ਹੁੰਦਾ ਹੈ। ਉਸ ਤੋਂ ਬਾਅਦ ਹੈ ਸਾਡਾ ਇੱਕ ਕਾਰਕ ਸਰੀਰ। ਇਹ ਜਿਹੜਾ ਕਾਰਨ ਸਰੀਰ ਹੈ, ਇਹ ਹੈ ਅਵਿਦਿਆ ਕਰਕੇ, ਅਗਿਆਨਤਾ ਕਰਕੇ। ਸੋ ਇਸ ਪ੍ਰਕਾਰ ਇਹ ਜਿਹੜੀ ਜੀਵ ਆਤਮਾ ਹੈ, ਵਸਤੂ ਕਰਕੇ ਇਸ ਜੀਵ ਆਤਮਾ ਦੇ 3 ਭੇਦ ਹਨ। ਇੱਕ ਭੇਦ ਹੈ ਕਿਉਂਕਿ ਜਿਹੜੀ ਵਸਤੂ ਹੈ ਇਹ 2 ਪ੍ਰਕਾਰ ਦੀ ਹੁੰਦੀ ਹੈ, ਇੱਕ ਵਿਅਸ਼ਟੀ ਔਰ ਇੱਕ ਸਮਸ਼ਟੀ। ਵਿਅਸ਼ਟੀ ਜਿਹੜੀ ਉਸ ਨੂੰ ਆਖਿਆ ਜਾਂਦਾ ਹੈ ਜਿਹੜੀ ਇਕੱਲੇ ਇਕੱਲੇ ਦੀ ਹੋਵੇ, ਭਾਵ ਜਿਹੜੀ ਇਕੱਲੇ ਇਕੱਲੇ ਜੀਵ ਦੇ ਅੰਦਰ ਵਿਰਾਜਮਾਨ ਹੋਵੇ। ਜਿਸ ਪ੍ਰਕਾਰ ਮਹਾਂਪੁਰਖ ਕਥਨ ਕਰਦੇ ਹਨ ਕਿ ਵਿਅਸ਼ਟੀ ਉਪਾਧੀ ਕਰਕੇ ਜੀਵ ਦੇ 3 ਭੇਦ ਹਨ। ਉਹ 3 ਭੇਦ ਕਿਹੜੇ ਹਨ? ਇੱਕ ਹੈ ਵਿਸ਼ਵ, ਦੂਸਰਾ ਹੈ ਤੇਜਸ, ਤੀਸਰਾ ਹੈ ਪ੍ਰਾਗਯ। ਇਸ ਦੇ ਕੀ ਭਾਵ ਅਰਥ ਹਨ? ਜਿਹੜਾ ਜੀਵ ਆਤਮਾ ਜੋ ਜਗਤ ਜਾਗਰਤ ਅਵਸਥਾ ਦਾ ਅਭਿਮਾਨੀ ਹੋਵੇ, ਜਿਹੜਾ ਸਾਨੂੰ ਜਾਗਦਿਆਂ ਹੋਇਆਂ ਗਿਆਨ ਕਰਾਉਣ ਵਾਲਾ ਹੈ, ਉਸ ਨੂੰ ਆਖਿਆ ਜਾਂਦਾ ਹੈ ਵਿਸ਼ਵ ਨਾਮੇ ਜੀਵ। ਜਦੋਂ ਅਸੀਂ ਜਾਗਦੇ ਹੋਏ ਕੰਮਕਾਰ ਜੋ ਵੀ ਕੌਤਕ ਦੇਖਦੇ ਹਾਂ, ਪੜ੍ਹਦੇ ਸੁਣਦੇ ਹਾਂ, ਐਸੀਆਂ ਜਿਹੜੀਆਂ ਕਿਰਿਆਵਾਂ ਹਨ ਜੋ ਅਸੀਂ ਜਾਗਰਤ ਅਵਸਥਾ ਵਿੱਚ ਕਰਦੇ ਹਾਂ, ਉਹਨਾਂ ਨੂੰ ਜਿਹੜਾ ਜਨਾਉਣ ਵਾਲਾ ਜੀਵ ਹੈ ਉਸ ਨੂੰ ਆਖਿਆ ਜਾਂਦਾ ਹੈ ਵਿਸ਼ਵ ਨਾਮੇ ਜੀਵ। ਤੇ ਦੂਸਰਾ ਹੈ ਜਿਹੜਾ ਸਾਡੀ ਸੁਪਨ ਅਵਸਥਾ ਦਾ ਅਭਿਮਾਨੀ ਹੋਵੇ, ਜਿਹੜਾ ਸਾਨੂੰ ਸੌਣ ਸਮੇਂ ਸੁਪਨਾ ਲਿਆਉਣ ਵਾਲਾ ਹੈ ਤੇ ਸੁਪਨੇ ਤੋਂ ਬਾਅਦ ਸਾਨੂੰ ਇਹ ਗੱਲ ਯਾਦ ਕਰਾਉਣ ਵਾਲਾ ਹੈ ਕਿ ਅੱਜ ਸੁਪਨਾ ਕਿਹੜਾ ਆਇਆ। ਐਸਾ ਜਿਹੜਾ ਜਨਾਉਣ ਵਾਲਾ ਜਿਹੜਾ ਜੀਵ ਹੈ ਉਸ ਨੂੰ ਆਖਿਆ ਜਾਂਦਾ ਹੈ ਤੇਜਸ ਨਾਮੇ ਜੀਵ। ਭਾਵ ਜਿਹੜੀ ਜੀਵ ਆਤਮਾ ਹੈ ਇਸ ਦੇ ਅੱਗੇ 3 ਭੇਦ ਕਲਪੇ ਹਨ ਕਿ ਜਿਹੜਾ ਜਾਗਰਤ ਅਵਸਥਾ ਦਾ ਅਭਿਮਾਨੀ ਉਸ ਨੂੰ ਵਿਸ਼ਵ ਨਾਮੇ ਜੀਵ ਆਖਿਆ ਜਾਂਦਾ ਹੈ, ਜਿਹੜਾ ਸੁਪਨ ਅਵਸਥਾ ਦਾ ਜਨਾਉਣ ਵਾਲਾ ਹੈ ਉਸ ਨੂੰ ਤੇਜਸ ਨਾਮੇ ਜੀਵ ਆਖਿਆ ਜਾਂਦਾ ਹੈ, ਤੇ ਤੀਸਰਾ ਹੈ ਜਿਹੜਾ ਸੁਖੋਪਤ ਅਵਸਥਾ ਦਾ ਅਭਿਮਾਨੀ ਹੈ, ਉਸ ਦਾ ਨਾਮ ਹੈ ਪ੍ਰਾਗਯ। ਜਿਵੇਂ ਆਪਾਂ ਸੁਖੋਪਤ ਅਵਸਥਾ ਉਸ ਨੂੰ ਆਖਿਆ ਜਾਂਦਾ ਹੈ। ਪਹਿਲਾਂ ਸੁਪਨ ਅਵਸਥਾ ਦੀ ਹੋਰ ਵਿਚਾਰ ਕਰ ਲਈ ਜਾਵੇ ਕਿ ਜਿਵੇਂ ਆਪਾਂ ਸੌਣ ਵੇਲੇ ਸਾਨੂੰ ਕੋਈ ਸੁਪਨਾ ਆਉਂਦਾ ਹੈ, ਕਿਉਂਕਿ ਜਦੋਂ ਮਨੁੱਖ ਸੁੱਤਾ ਹੁੰਦਾ ਹੈ ਉਸ ਦੀਆਂ ਜਿਹੜੀ ਬਾਹਰੀ ਕਿਰਿਆਵਾਂ ਹਨ ਉਹ ਬੰਦ ਹੋ ਜਾਂਦੀਆਂ ਨੇ, ਪਰ ਸੁਪਨੇ ਦੇ ਵਿੱਚ ਵੀ ਇੱਕ ਸਾਡੇ ਦਿਮਾਗ ਦੇ ਅੰਦਰ ਪ੍ਰੀਤਤ ਨਾੜੀ ਹੈ। ਉਹ ਨਾੜੀ ਸਾਡੀ ਜਿਹੜੀ ਸੁਪਨੇ ਦੇ ਅੰਦਰ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹ ਯਾਦ ਰੱਖਦੀ ਹੈ। ਭਾਵ ਜਦੋਂ ਅਸੀਂ ਸੁਪਨੇ ਦੇ ਵਿੱਚ ਹੁੰਨੇ ਹਾਂ ਉਸ ਵੇਲੇ ਸਾਡਾ ਦਿਮਾਗ ਤਾਂ ਸਾਰਾ ਸੁੱਤਾ ਹੁੰਦਾ ਹੈ, ਪਰ ਇੱਕ ਨਾੜੀ ਜਿਸ ਨੂੰ ਵਿਦਾਂਤ ਦੀ ਭਾਸ਼ਾ ਦੇ ਅੰਦਰ ਪ੍ਰੀਤਤ ਨਾੜੀ ਆਖਿਆ ਜਾਂਦਾ ਹੈ, ਉਹ ਫਿਰ ਵੀ ਚੇਤਨ ਹੁੰਦੀ ਹੈ, ਚਲਾਇਮਾਨ ਹੁੰਦੀ ਹੈ, ਜਿਸ ਦੇ ਕਰਕੇ ਸਾਨੂੰ ਸੁਪਨੇ ਦੇ ਵਿੱਚ ਹੋਈਆਂ ਜਿਹੜੀਆਂ ਘਟਨਾਵਾਂ ਨੇ ਉਹ ਯਾਦ ਰਹਿੰਦੀਆਂ ਨੇ। ਤੇ ਉਸ ਤੋਂ ਸੁਪਨੇ ਤੋਂ ਅਗਲੀ ਅਵਸਥਾ ਹੈ ਸੁਖੋਪਤ ਅਵਸਥਾ, ਤੇ ਇਸ ਦਾ ਜਿਹੜਾ ਅਭਿਮਾਨੀ ਹੈ ਉਸ ਨੂੰ ਆਖਿਆ ਜਾਂਦਾ ਹੈ ਪ੍ਰਾਗਯ ਨਾਮੇ ਜੀਵ। ਸੁਖੋਪਤ ਅਵਸਥਾ ਉਸ ਨੂੰ ਆਖਦੇ ਹਨ
ਕਿ ਜਿਸ ਜਗ੍ਹਾ ਜਿਸ ਸਮੇਂ ਸਾਨੂੰ ਸੁਪਨਾ ਵੀ ਨਾ ਆਵੇ, ਐਸੀ ਗੂੜੀ ਨੀਂਦ ਆਵੇ ਕਿ ਸਾਨੂੰ ਇਹ ਲੱਗੇ ਕਿ ਭਾਵੇਂ 5 ਘੰਟੇ 6 ਘੰਟੇ ਬਤੀਤ ਹੋ ਗਏ ਹੋਣ, ਪਰ ਸਾਨੂੰ ਇਦਾਂ ਲੱਗੇ ਕਿ ਜਿਵੇਂ ਅਸੀਂ ਹੁਣੇ ਸੁੱਤੇ ਸਾਂ ਤੇ ਹੁਣੇ ਉੱਠ ਪਏ ਹਾਂ। ਐਸੀ ਜਿਹੜੀ ਗੂੜੀ ਨੀਂਦ ਹੈ, ਗੂੜੀ ਨੀਂਦ ਸਾਨੂੰ ਆਈ ਹੈ, ਉੱਠਣ ਤੋਂ ਬਾਅਦ ਅਸੀਂ ਆਖਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਸੌਂ ਗਏ ਤੇ ਕਿੰਨਾ ਸਮਾਂ ਸਾਨੂੰ ਸੁੱਤਿਆਂ ਨੂੰ ਹੋ ਗਿਆ ਹੈ। ਉਹ ਜਿਹੜਾ ਇਹ ਗੱਲ ਆਖ ਰਿਹਾ ਹੈ ਕਿ ਮੈਨੂੰ ਪਤਾ ਨਹੀਂ ਲੱਗਾ, ਉਹ ਹੈ ਪ੍ਰਾਗਿਆਨਾਮੇ ਜੀਵ, ਜਿਹੜਾ ਸਾਨੂੰ ਸੁਖੋਪਤ ਅਵਸਥਾ ਦਾ ਜਿਹੜਾ ਆਨੰਦ ਹੈ। ਆਪਾਂ ਇਹ ਗੱਲ ਸੁਖੋਪਤ ਗੂੜੀ ਨੀਂਦ ਤੋਂ ਜਾਗਣ ਤੋਂ ਬਾਅਦ ਇਹ ਆਖਦੇ ਹਾਂ ਕਿ ਅੱਜ ਬਹੁਤ ਆਨੰਦ ਆਇਆ ਸੌਂ ਕਰਕੇ। ਉਹ ਜਿਹੜਾ ਆਨੰਦ ਮਾਨਣ ਵਾਲਾ ਹੈ ਉਸ ਨੂੰ ਆਖਿਆ ਜਾਂਦਾ ਹੈ ਪ੍ਰਾਗਿਆਨਾਮੇ ਜੀਵ। ਇਸ ਪ੍ਰਕਾਰ ਜਿਹੜੀ ਵਿਅਸ਼ਟੀ ਵਸਤੂ ਹੈ, ਅਵਿਦਿਆ ਦੀ ਉਪਾਧੀ ਕਰਕੇ ਭਿੰਨ ਭਿੰਨ ਜੀਵ ਦੀਆਂ ਇਹ 3 ਵਸਤੂਆਂ 3 ਉਪਾਧੀਆਂ ਬਣ ਜਾਂਦੀਆਂ ਹਨ। ਪਰ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਹ ਇਹਨਾਂ 3 ਉਪਾਧੀਆਂ ਤੋਂ ਵੀ ਰਹਿਤ ਹੈ, ਭਿੰਨ ਹੈ। ਇਹ ਹੈ ਵਿਅਸ਼ਟੀ ਉਪਾਧੀ ਕਰਕੇ 3 ਭੇਦ। ਇਸ ਤੋਂ ਅੱਗੇ ਹੈ ਸਮਸ਼ਟੀ ਉਪਾਧੀ ਕਰਕੇ ਵੀ 3 ਭੇਦ ਕਲਪੇ ਹਨ। ਉਹ ਜਿਹੜੀ ਸਮਸ਼ਟੀ ਹੈ, ਉਸ ਦੇ ਉੱਪਰ ਮਾਇਆ ਦਾ ਜਿਹੜਾ ਪ੍ਰਭਾਵ ਪੈਣ ਕਰਕੇ ਜਿਹੜੀ ਵਿਅਸ਼ਟੀ ਉਪਾਧੀ ਹੈ, ਇਸ ਦੇ ਜਿਹੜੇ 3 ਭੇਦ ਨੇ ਉਹ ਅਵਿਦਿਆ ਕਰਕੇ ਪੈਂਦੇ ਆ। ਅਵਿਦਿਆ ਦਾ ਭਾਵ ਹੈ ਬੇਸਮਝੀ, ਭਾਵ ਅਸੀਂ ਬੇਸਮਝੀ ਕਰਕੇ ਇਹ ਜਾਣਦੇ ਹਾਂ ਕਿ ਅਸੀਂ ਜਾਗਰਤ ਅਵਸਥਾ ਵਿੱਚ ਹਾਂ, ਅਸੀਂ ਸੁਪਨ ਅਵਸਥਾ ਵਿੱਚ ਹਾਂ, ਅਸੀਂ ਸੁਖੋਪਤ ਅਵਸਥਾ ਵਿੱਚ ਹਾਂ। ਅਸਲ ਵਿੱਚ ਹੈ ਇਹ ਤਿੰਨੇ ਅਵਸਥਾਵਾਂ ਇੱਕੋ ਮੁੱਢ ਦੇ 3 ਭੇਦ ਹਨ, ਜਿਹੜੇ ਭੇਦ ਅਗਿਆਨਤਾ ਕਰਕੇ ਅਵਿਦਿਆ ਕਰਕੇ ਪੈਂਦੇ ਹਨ। ਉਸੇ ਪ੍ਰਕਾਰ ਜਿਹੜੀ ਸਮਸ਼ਟੀ ਉਪਾਧੀ ਹੈ, ਮਾਇਆ ਦੇ ਪ੍ਰਭਾਵ ਕਰਕੇ ਈਸ਼ਵਰ ਦੇ ਵੀ ਜਿਹੜੇ 3 ਭੇਦ ਹਨ ਉਹ ਪੈ ਜਾਂਦੇ ਹਨ। ਉਹ ਕਿਹੜੇ ਹਨ? ਪਹਿਲਾ ਹੈ ਵੈਰਾਟ। ਵੈਰਾਟ ਦਾ ਭਾਵ ਇਹ ਹੈ ਕਿ ਜਿਵੇਂ ਇੱਕ ਬੂਟੇ ਨੂੰ ਆਪਾਂ ਬ੍ਰਿਸ਼ ਆਖਦੇ ਹਾਂ, ਤੇ ਜਦੋਂ ਸਾਰੇ ਬ੍ਰਿਸ਼ ਸਾਰੇ ਦਰਖਤ ਇਕੱਠੇ ਹੋ ਜਾਂਦੇ ਉਸ ਦਾ ਨਾਮ ਪੈ ਜਾਂਦਾ ਹੈ ਬਾਗ। ਉਸੇ ਪ੍ਰਕਾਰ ਜਦੋਂ ਅਸੀਂ ਸਾਰੇ ਸਰੀਰਾਂ ਦਾ ਵੱਖਰੋ ਵੱਖਰਾ ਅਸੀਂ ਗਿਆਨ ਕਰਾਂਗੇ, ਉਸ ਦੇ ਵਿੱਚ ਤਾਂ ਅਵਿਦਿਆ ਕਰਕੇ ਇਹ 3 ਜਿਹੜੇ ਭੇਦ ਹਨ, ਵਿਸ਼ਵ, ਤੈਜਸ ਤੇ ਪ੍ਰਾਗਯ, ਇਹ ਸਰੀਰਾਂ ਦੇ ਵੱਖਰੋ ਵੱਖਰੇ ਭੇਦਾਂ ਕਰਕੇ ਇਹ ਭਾਸਣਗੇ। ਪਰ ਜਦੋਂ ਅਸੀਂ ਸਾਰੇ ਸਰੀਰਾਂ ਨੂੰ ਇਕੱਠਿਆਂ ਕਰਕੇ ਜਿਹੜਾ ਵਿੱਚੋਂ ਅਵਿਦਿਆ ਦਾ ਭੇਵ ਹੈ, ਅਗਿਆਨਤਾ ਦਾ ਜਿਹੜਾ ਭੇਦ ਹੈ, ਉਸ ਨੂੰ ਦੂਰ ਕਰਕੇ ਇਹ ਗੱਲ ਕਲਪਾਂਗੇ ਕਿ ਸਾਰੇ ਜੀਵ ਸਾਰੇ ਸਰੀਰ ਉਸ ਇੱਕੋ ਪਰਮੇਸ਼ਰ ਵਾਹਿਗੁਰੂ ਦੇ ਸਾਜੇ ਹੋਏ ਹਨ, ਤਾਂ ਉਸ ਵੇਲੇ ਸਾਰੇ ਬ੍ਰਹਿਮੰਡ ਦੀ ਜਾਗਰਤ ਅਵਸਥਾ ਦਾ ਜਿਹੜਾ ਅਭਿਮਾਨੀ ਹੈ ਉਹ ਹੋਵੇਗਾ ਵੈਰਾਟ ਸਰੂਪ। ਉਸ ਦਾ ਜਿਹੜਾ ਵੈਰਾਟ ਸਰੂਪ ਈਸ਼ਵਰ ਦਾ ਕੈਸਾ ਹੈ ਕਿ ਜਿਹੜੇ ਉੱਪਰਲੇ 7 ਲੋਕ ਹਨ ਉਹ ਈਸ਼ਵਰ ਦਾ ਮਾਨੋ ਕਿ ਸਿਰ ਹੈ, ਜਿਹੜੇ 7 ਪਤਾਲ ਹਨ ਇਹ ਮਾਨੋ ਕਿ ਉਸ ਈਸ਼ਵਰ ਦੇ ਚਰਨ ਹਨ। ਜਿੰਨੇ ਵੀ ਜੀਵ ਆਪਾਂ ਸਾਹ ਲੈਨੇ ਹਾਂ ਇਹ ਮੰਨੋ ਕਿ ਉਸ ਈਸ਼ਵਰ ਦੀਆਂ ਨਾਸਿਕਾਂ ਹਨ। ਐਸਾ ਉਸ ਦਾ ਜਿਹੜਾ ਇੰਨਾ ਵੱਡਾ ਵੈਰਾਟ ਸਰੂਪ ਹੈ ਪਰਮੇਸ਼ਰ ਦਾ,
ਜਿਹੜਾ ਸੂਰਜ ਔਰ ਚੰਦਰਮਾ ਇਹ ਉਸ ਦੇ ਸੱਜੇ ਔਰ ਖੱਬੇ ਅੱਖਾਂ ਹਨ। ਜਿੰਨੀ ਵੀ ਸੰਸਾਰ ਦੇ ਅੰਦਰ ਜਿੰਨੇ ਵੀ ਪ੍ਰਕਾਰ ਦੀ ਅਗਨੀ ਹੈ, ਇਹ ਮਾਨੋ ਉਸ ਈਸ਼ਵਰ ਦਾ ਮੂੰਹ ਹੈ। ਜਿਹੜਾ ਹਿਰਦਾ ਹੈ ਉਹ ਮਾਨੋ ਵਿਸ਼ਨੂੰ ਹੈ। ਤੇ ਜਿਹੜੇ ਦੋ ਦੇਵਤੇ ਹੋਰ ਕਲਪੇ ਹਨ, ਸ਼ਿਵ ਜੀ ਔਰ ਬ੍ਰਹਮਾ, ਇਹ ਉਸ ਈਸ਼ਵਰ ਦੀਆਂ ਬਾਹਾਂ ਹਨ। ਇਹ ਜਿਹੜੇ ਸਮੁੰਦਰ ਵਗ ਰਹੇ ਹਨ, ਇਹ ਮਾਨੋ ਈਸ਼ਵਰ ਦਾ ਪੇਟ ਹੈ, ਢਿੱਡ ਹੈ। ਤੇ ਜਿੰਨੀਆਂ ਵੀ ਸਾਰੇ ਸਰੀਰਾਂ ਦੀਆਂ ਨਾੜੀਆਂ ਹਨ, ਇਹ ਮਾਨੋ ਨਦੀਆਂ ਹਨ। ਜਿੰਨੇ ਵੀ ਪਰਬਤ ਪਹਾੜ ਹਨ, ਇਹ ਮਾਨੋ ਉਸ ਪਰਮੇਸ਼ਰ ਦੀਆਂ, ਉਸ ਈਸ਼ਵਰ ਦੀਆਂ ਹੱਡੀਆਂ ਹਨ। ਤੇ ਜਿੰਨੀ ਵੀ ਇਹ ਬਨਾਸਪਤੀ ਹੈ, ਇਹ ਮਾਨੋ ਉਸ ਈਸ਼ਵਰ ਦੇ ਰੋਮ ਹਨ, ਕੇਸ ਹਨ। ਇਸ ਪ੍ਰਕਾਰ ਉਹ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਈਸ਼ਵਰ ਰੂਪ ਹੈ, ਉਸ ਦਾ ਪਹਿਲਾ ਜਾਗਰਤ ਅਵਸਥਾ ਦਾ ਅਭਿਮਾਨੀ ਹੈ ਵਿਰਾਟ ਰੂਪ, ਜਿਹੜਾ ਸਾਰਿਆਂ ਜੀਵਾਂ ਨੂੰ, ਸਾਰੇ ਜੀਵ ਜਨਤਾ ਨੂੰ ਜਾਗਰਤ ਅਵਸਥਾ ਦਾ ਗਿਆਨ ਕਰਾਉਣ ਵਾਲਾ ਹੈ। ਦੂਸਰਾ ਜਿਹੜਾ ਸੁਪਨ ਅਵਸਥਾ ਦਾ ਜਿਹੜਾ ਅਭਿਮਾਨੀ ਹੈ, ਸਮਸ਼ਟੀ ਰੂਪ ਦੇ ਅੰਦਰ ਉਸ ਨੂੰ ਆਖਿਆ ਜਾਂਦਾ ਹੈ ਹਿਰਨ ਗਰਭ। ਹਿਰਨ ਦਾ ਅਰਥ ਹੁੰਦਾ ਹੈ ਜਿਹੜਾ ਪ੍ਰਕਾਸ਼ਣ ਵਾਲਾ, ਤੇ ਗਰਭ ਨਾਮ ਹੈ ਕਾਰਨ ਦਾ, ਨਾਮ ਦਾ, ਕਿ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਹੈ, ਜਿਹੜਾ ਆਪਣੀ ਸੱਤਾ ਦੇ ਕਰਕੇ ਸਾਨੂੰ ਇਹ ਗਿਆਨ ਕਰਵਾਉਂਦਾ ਹੈ ਕਿ ਸਾਹਮਣੇ ਸਾਡੀ ਟੋਇਆ ਹੈ, ਇਸ ਤੋਂ ਅਸੀਂ ਬਚਣਾ ਹੈ। ਕਿਹੜੀ ਵਸਤੂ ਤਿੱਖੀ ਹੈ, ਉਸ ਤੋਂ ਸਾਨੂੰ ਇਹ ਗਿਆਨ ਕਰਵਾਉਂਦਾ ਹੈ ਕਿ ਇਸ ਦੇ ਨਾਲ ਸਾਨੂੰ ਦੁੱਖ ਲੱਗੇਗਾ। ਦੇਖੋ ਸਾਡੇ ਸਰੀਰ ਦੇ ਅੰਦਰ ਕਿੰਨੇ ਹਿੱਸੇ ਹਨ ਜਿਹੜੇ ਵੱਖਰੋ ਵੱਖਰੇ ਕੰਮ ਕਰਦੇ ਹਨ। ਸਾਡੇ ਦਿਮਾਗ ਨੂੰ ਉਸ ਈਸ਼ਵਰ ਦੀ ਇਹ ਸੱਤਾ ਹੈ ਕਿ ਅਸੀਂ ਸੋਚ ਸਕਦੇ ਹਾਂ। ਅੱਗੇ ਜਿਹੜਾ ਸਾਡੇ ਹੱਥ ਹਨ, ਇਸ ਦੇ ਨਾਲ ਅਸੀਂ ਕੋਈ ਚੀਜ਼ਾਂ ਫੜਦੇ ਹਾਂ, ਕੰਮਕਾਰ ਕਰਦੇ ਹਾਂ। ਪੈਰਾਂ ਦੀ ਸੱਤਾ ਦੇ ਨਾਲ ਅਸੀਂ ਚੱਲਦੇ ਹਾਂ। ਮੂੰਹ ਦੇ ਨਾਲ ਅਸੀਂ ਬੋਲਦੇ ਹਾਂ, ਖਾਣੇ ਪੀਂਦੇ ਹਾਂ। ਅੱਖਾਂ ਦੇ ਨਾਲ ਅਸੀਂ ਵੇਖਦੇ ਹਾਂ, ਕੰਨਾਂ ਦੇ ਨਾਲ ਸੁਣਦੇ ਹਾਂ, ਨਾਸਕਾਂ ਦੇ ਨਾਲ ਅਸੀਂ ਸਾਹ ਲੈਂਦੇ ਹਾਂ। ਇਸ ਦੇ ਮਗਰ ਜਿਹੜੀ ਸ਼ਕਤੀ ਕੰਮ ਕਰ ਰਹੀ ਹੈ, ਜਿਹੜਾ ਸਾਨੂੰ ਗਿਆਨ ਕਰਵਾਉਂਦਾ ਹੈ, ਸੁਪਨੇ ਦੇ ਵਿੱਚ ਵੀ ਸਾਨੂੰ ਇਹ ਗੱਲ ਭੁੱਲਣ ਨਹੀਂ ਦਿੰਦਾ ਕਿ ਅਸੀਂ ਇੱਕ ਮਨੁੱਖ ਹਾਂ, ਅਸੀਂ ਜੀਵ ਹਾਂ। ਇੱਕ ਬਹੁਤ ਵੱਡੇ ਪ੍ਰਚਾਰਕ ਅੰਗਰੇਜ਼ ਨੇ ਇੱਕ ਗੱਲ ਆਖੀ ਹੈ। ਸੁਪਨੇ ਦੀ ਉਹ ਵਾਰਤਾ ਸੁਣਾਉਂਦਾ ਹੈ ਕਿ ਸੁਪਨੇ ਦੇ ਵਿੱਚ ਅਸੀਂ ਸਭ ਕੁਝ ਦੇਖ ਸਕਦੇ ਹਾਂ, ਸੁਪਨੇ ਦੇ ਵਿੱਚ ਅਸੀਂ ਸਭ ਕੁਝ ਜਾਣ ਸਕਦੇ ਹਾਂ। ਪਰ ਉਹ ਪ੍ਰਚਾਰਕ ਉਹ ਇਹ ਗੱਲ ਆਖਦਾ ਹੈ ਕਿ ਕਦੇ ਵੀ ਸੁਪਨੇ ਦੇ ਵਿੱਚ ਇੱਕ ਗੱਲ ਨਹੀਂ ਹੋ ਸਕਦੀ। ਉਹ ਕਿਹੜੀ ਹੈ ਕਿ ਸੁਪਨੇ ਦੇ ਵਿੱਚ ਅਸੀਂ ਆਪਣਾ ਜਿਹੜਾ ਨਾਮ ਹੈ ਉਸ ਨੂੰ ਯਾਦ ਨਹੀਂ ਰੱਖ ਸਕਦੇ ਕਿ ਸਾਡਾ ਨਾਮ ਕੀ ਹੈ। ਤੁਸੀਂ ਆਪਣੇ ਜੀਵਨ ਦੇ ਵਿੱਚ ਵੀ ਤਜਰਬਾ ਕਰਕੇ ਵੇਖ ਲੈਣਾ। ਹਰ ਰੋਜ਼ ਸੌਣ ਵੇਲੇ ਤੁਸੀਂ ਇਹ ਗੱਲ ਸੋਚਦਿਆਂ ਹੋਇਆਂ ਸੌਣਾ ਕਿ ਮੈਂ ਸੁਪਨੇ ਦੇ ਵਿੱਚ ਆਪਣਾ ਨਾਮ ਯਾਦ ਰੱਖਣਾ ਹੈ ਕਿ ਮੇਰਾ ਨਾਮ ਕੀ ਹੈ। ਤੁਸੀਂ ਜਦੋਂ ਨਾਮ ਯਾਦ ਰੱਖ ਪਾਓਗੇ, ਜਦੋਂ ਤੁਹਾਨੂੰ ਇਹ ਯਾਦ ਆ ਗਿਆ ਕਿ ਤੁਹਾਡਾ ਨਾਮ ਕੀ ਹੈ, ਉਸੇ ਵੇਲੇ ਜਾਗ ਆ ਜਾਵੇਗੀ। ਕਿਉਂਕਿ ਸੁਪਨਾ ਚੀਜ਼ ਹੀ ਐਸੀ ਹੈ ਜਿਹੜਾ ਆਪਣਾ ਆਪ ਭੁਲਾਉਂਦੀ ਹੈ।
ਤੇ ਜਦੋਂ ਫਿਰ ਅਸੀਂ ਆਪਣੇ ਆਪ ਨੂੰ ਯਾਦ ਕਰਾਂਗੇ ਤੇ ਸਾਡੀ ਜਿਹੜੀ ਨੀਂਦ ਹੈ ਉਹ ਖੁੱਲ ਜਾਵੇਗੀ। ਸੋ ਰਹਾਉ ਵਿਚਾਰ, ਉਹ ਜਿਹੜਾ ਈਸ਼ਵਰ ਹੈ ਸਮਸ਼ਟੀ ਰੂਪ ਦੇ ਅੰਦਰ ਸਾਡੀ ਸੁਪਨ ਅਵਸਥਾ ਦਾ ਅਭਿਮਾਨੀ ਹੋਣ ਕਰਕੇ ਉਸ ਦਾ ਨਾਮ ਪੈ ਜਾਂਦਾ ਹੈ ਹਿਰਨ ਗਰਭ। ਤੀਸਰਾ, ਉਸ ਈਸ਼ਵਰ ਦੀ ਸਮਸ਼ਟੀ ਰੂਪ ਦੇ ਅੰਦਰ ਜਿਹੜੀ ਸੁਖੋਪਤ ਅਵਸਥਾ ਦਾ ਅਭਿਮਾਨੀ ਹੋਣ ਕਰਕੇ ਉਸ ਦਾ ਨਾਮ ਪੈ ਜਾਂਦਾ ਹੈ ਅਭਿਆਕ੍ਰਿਤ। ਸੋ ਇਸ ਪ੍ਰਕਾਰ ਮਾਇਆ ਦੀ ਉਪਾਧੀ ਕਰਕੇ और व्यष्टि और समष्टि भेद करके उस ईश्वर दे अगे तीन भेद कल्पे हन। एक जेड़ा भेद है वो अविद्या करके है, दूसरा जेड़ा भेद है वो माया करके है। पर ये विचार सुनाई क्यों जा रही है कि वो जेड़ा एक ओंकार परमेश्वर वाहिगुरु है, इन्हां सारियां भेदां तो भी वो रहत है, दूर है। जिवें सानू मनुखां नू जिहड़ी जागृत अवस्था और सुपन अवस्था और सुखोपत अवस्था, ये तीन जिहड़ियां अवस्थावां हन सानू प्रभावित करदियां हन। सुपने दे विच असीं कुछ दे कुछ बन जाने हां, पर वो जेड़ा परमेश्वर वाहिगुरु है जिस नूं एक करके श्री गुरु नानक देव महाराज जी ने लिखिया है, वो इन्हां तीन अवस्थावां तो भी रहत है, भिन्न है। भाव उस दा जेड़ा अपना रूप है वो है सत चित आनंद स्वरूप। उस दे स्वरूप दे अंदर रत्ता मात्र भी जेड़ा फर्क है वो पैंदा नहीं है। परमेश्वर वाहिगुरु दियां जेड़ियां शक्तियां हन, परमेश्वर वाहिगुरु दे जेड़े बल हन, उन्हां नूं ये जीभा जेड़ी है सूक्ष्म रूप दे अंदर बयान कर सकती है। ये जिन्नी भी एक दी व्याख्या है, ये सानू ये गल याद करवाउंदी है कि मनुख जेड़ा माया दे प्रभाव करके जातां दे तौर ते रंगां दे भेद करके पैसे दे भेद करके बहुत सारे स्वरूप इख्तियार कर लैंदा है, पैदा कर लैंदा है। क्योंकि मनुखां दे विच जेड़े भेद हन वो अविद्या करके पैंदे हन, माया करके पैंदे हन। नहीं तो असी ये गल नूं जे जान लईए कि असी उस एक परमेश्वर वाहिगुरु दे साजे होए हाँ, एक पिता एक सके हम बारिक तू मेरा गुरहाई, कि असी सब जेड़े जीव हाँ असी उस एक परमेश्वर वाहिगुरु दे साजे होए हाँ। इत्थे एक गल होर बड़ी समझनी जरूरी है कि आम करके जेड़ा पंडित ब्राह्मण है, जेड़ा मनुस्मृति दा धारणी है, उस दे अनुसार भारत वर्ष दे अंदर ये गल फैलाई गई कि जेड़ा चार वर्ण हन, ब्राह्मण खत्री सूद वैस, ये जेड़े चार वर्ण हन इन्हां नूं धारण कीता गया ते नाल आख दिता कि जेड़ा शूद्र है, जेड़ा इस दे नाल संबंध रखदा है वैश, वो भी शूद्र है। इत्थे एक गल समझण वाली बड़ी जरूरी है कि परमेश्वर वाहिगुरु दे बनाए होए जेड़े पंडित हन, उन्हां दी पैदाइश जे परमेश्वर दी किरपा दे नाल, परमेश्वर दी सत्ता दे नाल होई है, जे वो ब्राह्मण हो सकते हन ते परमेश्वर ने ही जेड़े शूद्र हन, जिन्हां नूं नीवें आख के इस भारत वर्ष ने दुरकारिया है,
ਉਹ ਵੀ ਤਾਂ ਆਖਰ ਸ਼ੂਦਰ ਹੀ, ਉਹ ਵੀ ਤਾਂ ਆਖਰ ਪਰਮੇਸ਼ਰ ਦੇ ਸਾਜੇ ਹੋਏ ਹਨ। ਪਰ ਇਹ ਗੱਲ ਹੈ ਕਿ ਅਸੀਂ ਅਵਿਦਿਆ ਦੀ ਸਮਝ ਕਰਕੇ, ਅਗਿਆਨਤਾ ਦੇ ਵਸੀਕਰਨ ਹੋਣ ਕਰਕੇ ਇੱਕ ਮਨੁੱਖ ਨੂੰ ਤਾਂ ਆਪਾਂ ਉੱਚਾ ਦਰਜਾ ਦੇ ਦਿੰਨੇ ਹਾਂ ਤੇ ਦੂਸਰਿਆਂ ਨੂੰ ਨੀਵਾਂ। ਅਸੀਂ ਕਰਮ ਕਰਕੇ ਕਿਸੇ ਨੂੰ ਮਾੜਾ ਤੇ ਚੰਗਾ ਜ਼ਰੂਰ ਆਖ ਸਕਦੇ ਹਾਂ। ਭਗਤ ਕਬੀਰ ਸਾਹਿਬ ਜੀ ਦੀ ਜਿਹੜੀ ਪਾਵਨ ਰਚਨਾ ਹੈ, ਜਿਸ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਪੰਡਤ ਬ੍ਰਾਹਮਣ ਦੇ ਨਾਲ ਵਿਚਾਰ ਕਰਦਿਆਂ ਹੋਇਆਂ ਬਚਨ ਆਖੇ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਕਿ ਜੇ ਤੂੰ ਬ੍ਰਾਹਮਣੀ ਦੇ ਉਦਰ ਤੋਂ ਪੈਦਾ ਹੋਣ ਕਰਕੇ ਤੂੰ ਆਖਦਾ ਹੈ ਕਿ ਮੈਂ ਇੱਕ ਸ਼ੁੱਧ ਰੂਪ ਹਾਂ, ਮੈਂ ਉੱਚਾ ਹਾਂ, ਤੇ ਜਿਹੜੀ ਪ੍ਰਕਿਰਿਆ ਦੇ ਨਾਲ ਨੀਵੀਂ ਜਾਤ ਦੇ ਮਨੁੱਖਾਂ ਦਾ ਜਨਮ ਹੁੰਦਾ ਹੈ, ਤੇਰਾ ਵੀ ਜਨਮ ਉਸੇ ਤਰ੍ਹਾਂ ਕਿਉਂ ਹੋਇਆ ਹੈ? ਜੇ ਤੂੰ ਇੰਨਾ ਹੀ ਉੱਚਾ ਸੀ ਤੇ ਫਿਰ ਹੋਰ ਤਰ੍ਹਾਂ ਪੈਦਾ ਕਿਉਂ ਨਹੀਂ ਹੋਇਆ? ਕਹਿਣ ਤੋਂ ਭਾਵ ਇਹ ਹੈ ਕਿ ਮਨੁੱਖ ਦੇ ਉੱਪਰ ਜਦੋਂ ਵੀ ਬੇਸਮਝੀ ਅਗਿਆਨਤਾ ਭਾਰੀ ਪਈ ਹੈ, ਇਸ ਨੇ ਦੁਨੀਆ ਦਾ ਵਿਨਾਸ਼ ਹੀ ਕੀਤਾ ਹੈ। ਕਿਉਂਕਿ ਜਦੋਂ ਰਾਜਾ ਇਹ ਗੱਲ ਉਸ ਦੇ ਮਨ ਵਿੱਚ ਆ ਜਾਵੇ ਕਿ ਮੈਂ ਰਾਜਾ ਹਾਂ ਤੇ ਮੇਰੀ ਜਿਹੜੀ ਪਰਜਾ ਹੈ ਇਹ ਕੀੜੇ ਮਕੌੜੇ ਹਨ, ਦਾਸ ਇਹ ਕਈ ਵਾਰ ਬਚਨ ਆਖਦਾ ਹੁੰਦਾ ਹੈ ਕਿ ਸੰਸਾਰ ਦੇ ਅੰਦਰ ਵਿਸ਼ਵ ਸ਼ਾਂਤੀ ਦਾ ਜਿਹੜਾ ਢਿੰਡੋਰਾ ਹੈ ਉਹ ਪਿਟਾਇਆ ਜਾ ਰਿਹਾ ਹੈ, ਕਿ ਸੰਸਾਰ ਦੇ ਅੰਦਰ ਵਿਸ਼ਵ ਸ਼ਾਂਤੀ ਹੋਣੀ ਚਾਹੀਦੀ ਹੈ। ਪਰ ਗੁਰਮਤਿ ਦੇ ਵਿਦਵਾਨਾਂ ਮਹਾਂਪੁਰਖਾਂ ਦਾ ਇਹ ਵਿਸ਼ਵਾਸ ਹੈ ਕਿ ਜਦੋਂ ਵੀ ਵਿਸ਼ਵ ਸ਼ਾਂਤੀ ਆਉਣੀ ਹੈ ਤਾਂ ਉਹ ਆਉਣੀ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੇ ਉੱਪਰ ਚੱਲ ਕਰਕੇ। ਕਿਉਂਕਿ ਇਹ ਪਾਵਨ ਗੁਰਬਾਣੀ ਇਹ ਗੱਲ ਆਖਦੀ ਹੈ ਕਿ ਸਾਹਿਬ ਮੇਰਾ ਇੱਕੋ ਹੈ। ਜਦੋਂ ਸਾਡਾ ਰਾਜਾ ਇੱਕ ਹੋਵੇਗਾ, ਸਾਡਾ ਮਾਲਕ ਇੱਕ ਹੋਵੇਗਾ। ਹੁਣ ਆਪਾਂ ਧਰਮਾਂ ਦੇ ਭੇਦ ਕਰਕੇ ਹਿੰਦੂ ਜਿਹੜਾ ਮੁਸਲਮਾਨਾਂ ਨੂੰ ਮਾਰਨ ਦੇ ਉੱਪਰ ਤੁਰਿਆ ਹੋਇਆ ਹੈ, ਮੁਸਲਮਾਨ ਹਿੰਦੂਆਂ ਨੂੰ ਪਸੰਦ ਨਹੀਂ ਕਰਦੇ। ਪਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤ ਨੂੰ ਅਸੀਂ ਕਬੂਲਾਂਗੇ, ਅਸੀਂ ਪ੍ਰਵਾਨ ਕਰਾਂਗੇ ਤੇ ਸਤਿਗੁਰੂ ਸਾਹਿਬ ਜੀ ਦਾ ਇਹ ਵਾਕ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਦੇਖੋ ਇੱਥੇ ਸਤਿਗੁਰੂ ਸਾਹਿਬ ਜੀ ਨੇ ਉਹ 4 ਵਰਨਾਂ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਕਦੇ ਮਨੁ ਸਮ੍ਰਿਤੀ ਦੇ ਰਾਹੀਂ ਮਨੁ ਰਾਜੇ ਨੇ ਬ੍ਰਾਹਮਣਾਂ ਦੇ ਦੁਆਰਾ ਇਸ ਦੇਸ਼ ਵਿੱਚ ਫੈਲਾਇਆ। ਉਹਨਾਂ ਦਾ ਜ਼ਿਕਰ ਕਰਕੇ ਅੱਗੇ ਇਹ ਗੱਲ ਆਖ ਦਿੱਤੀ ਕਿ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਕਿ ਭਾਵੇਂ ਸੰਸਾਰ ਦੀ ਰਹੋ ਰੀਤੀ ਦੇ ਅਨੁਸਾਰ, ਭਾਵੇਂ ਹੋਰ ਧਰਮਾਂ ਦੇ ਅਨੁਸਾਰ ਵਰਨਾਂ ਦੇ ਵਿੱਚ ਭੇਦ ਹਨ, ਪਰ ਸਾਡਾ ਇਹ ਸਿਧਾਂਤ ਹੈ ਕਿ ਸਾਰਿਆਂ ਦੇ ਲਈ ਉਪਦੇਸ਼ ਇੱਕੋ ਜਿਹਾ ਹੈ। ਤਾਂ ਕਰਕੇ ਦਾਸ ਬੇਨਤੀ ਕਰ ਰਿਹਾ ਹੈ ਕਿ ਅਸੀਂ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੇ ਜੁੜਨਾ ਚਾਹੁੰਦੇ ਹਾਂ ਤੇ ਮਨਾਂ ਦੇ ਵਿੱਚ ਸਾਡੀਆਂ ਜਿਹੜੀਆਂ ਈਰਖਾ ਦਵੈਸ਼ ਵਾਲੀ ਭਾਵਨਾ ਹੈ, ਇਸ ਨੂੰ ਤਿਆਗਣਾ ਪਵੇਗਾ। ਇਹ ਗੱਲ ਨੂੰ ਦੂਰ ਕਰਨਾ ਪਵੇਗਾ ਕਿ ਕੌਣ ਨੀਵਾਂ ਹੈ ਤੇ ਕੌਣ ਉੱਚਾ ਹੈ। ਸਭ ਤੋਂ ਵੱਧ ਇਸ ਗੱਲ ਨੇ ਆਪਣੇ ਦੇਸ਼ ਦਾ ਨੁਕਸਾਨ ਕੀਤਾ ਹੈ ਕਿ ਜਦੋਂ ਅਸੀਂ ਕੁਝ ਮਨੁੱਖਾਂ ਨੂੰ ਸ਼ੂਦਰ ਆਖ ਕੇ ਤੇ ਕੁਝ ਨੂੰ ਅਸੀਂ ਬ੍ਰਾਹਮਣ ਆਖ ਕੇ 2 ਭੇਦ ਕਰ ਦਿੰਨੇ ਹਾਂ। ਉਸ ਭੇਦ ਨੂੰ ਖਤਮ ਕਰਨ ਦੇ ਲਈ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਤੋਂ ਬਾਣੀ ਸ਼ੁਰੂ ਕੀਤੀ ਹੈ।
ਕਿ ਬਾਕੀ ਗੱਲਾਂ ਬਾਅਦ ਵਿੱਚ ਵੇਖੀਆਂ ਜਾਣਗੀਆਂ ਕਿ ਹੋਰ ਜਿਹੜੇ ਨਿਯਮ, ਹੋਰ ਜਿਹੜੀਆਂ ਮਰਿਆਦਾਵਾਂ ਉਹ ਕੀ ਹਨ। ਪਹਿਲਾ ਸਾਡਾ ਸਿਧਾਂਤ ਹੈ ਕਿ ਇੱਕ ਦੇ ਨਾਲ ਜੁੜਨਾ। ਨਾਲ ਲੱਗਦਿਆਂ ਹੋਇਆਂ ਦਾਸ ਇੱਕ ਹੋਰ ਬੇਨਤੀ ਵੀ ਕਰਦਾ ਜਾਵੇ ਕਿ ਇਹ ਜਿਹੜੀ ਉੱਚੇ ਪੁਣੇ ਦੀ ਔਰ ਨੀਵੇਂ ਪੁਣੇ ਦੀ ਜਿਹੜੀ ਮਾਨਸਿਕਤਾ ਹੈ, ਇਹ ਸਾਡੇ ਗੁਰਸਿੱਖਾਂ ਦੇ ਵਿੱਚ ਵੀ ਆ ਚੁੱਕੀ ਹੈ। ਉਹ ਕਿਵੇਂ? ਜਿਹੜੇ ਪਿੰਡ ਦੇ ਅੰਦਰ ਜਾਤਾਂ ਦੇ ਆਧਾਰ ਦੇ ਉੱਪਰ ਗੁਰਦੁਆਰਾ ਸਾਹਿਬ ਬਣੇ ਹਨ, ਉੱਥੇ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਅਸੀਂ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਗਿਆਨ ਹੈ ਉਸ ਨੂੰ ਸਮਝ ਨਹੀਂ ਸਕੇ। ਹੁੰਦਾ ਕੀ ਹੈ ਕਿ 4 ਜਾਣੇ ਹੁੰਦੇ ਹਨ, 2 ਜਾਣਿਆਂ ਦੇ ਵਖਰੇਵੇਂ ਕਰਕੇ ਉਹ ਆਪਣੇ ਲੋਕ ਇਕੱਠੇ ਕਰਕੇ ਅਸੀਂ ਗੁਰਦੁਆਰਾ ਸਾਹਿਬ ਬਣਾ ਲੈਂਦੇ ਹਾਂ। ਇਤਿਹਾਸਕ ਅਸਥਾਨਾਂ ਨੂੰ ਛੱਡ ਕਰਕੇ ਜਿਹੜੇ ਪਿੰਡ ਦੇ ਅੰਦਰ, ਜਿਹੜੇ ਸ਼ਹਿਰ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਹੈ, ਉੱਥੇ ਇਹ ਗੱਲ ਆਖੀ ਜਾ ਸਕਦੀ ਹੈ ਕਿ ਇਹ ਜਿਹੜੇ ਪਿੰਡ ਵਾਲੇ ਲੋਕ ਹਨ, ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਧਾਰਨੀ ਹਨ। ਕਿਉਂਕਿ ਤੁਸੀਂ ਪੰਜਾਬ ਦੇ ਅੰਦਰ ਅਸੀਂ ਆਪਣੇ ਹਾਲਾਤ ਇੰਨੇ ਕੁ ਖਰਾਬ ਕਰ ਲਏ ਹਨ ਕਿ ਸਾਡੀ ਜਿਹੜੀ ਮਾਨਸਿਕਤਾ ਉਹ ਦਿਨੋਂ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਸਗੋਂ ਤੁਸੀਂ ਜਦੋਂ ਅਬੋਹਰ ਦੇ ਇਲਾਕੇ ਵੱਲ, ਰਾਜਸਥਾਨ ਦੇ ਵੱਲ ਲੱਗਦੇ ਹੋਏ ਪਿੰਡਾਂ ਦੇ ਵੱਲ ਜਾਓਗੇ, ਉੱਥੋਂ ਦੇ ਲੋਕਾਂ ਦੇ ਵਿੱਚ ਹਜੇ ਵੀ ਸਾਡੇ ਨਾਲੋਂ ਬੜਾ ਫਰਕ ਹੈ। ਉਹਨਾਂ ਦੀ ਆਪਸੀ ਜਿਹੜੀ ਸਾਂਝ ਹੈ, ਤਕਰੀਬਨ ਹਰ ਇੱਕ ਪਿੰਡ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਹੈ। ਪਰ ਅਸੀਂ ਇਸ ਗੱਲ ਨੂੰ ਸਮਝੀਏ, ਵਿਚਾਰੀਏ ਕਿ ਜੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦਾਂ ਦੇ ਉਪਦੇਸ਼ ਦੇ ਸੱਚੇ ਸੁੱਚੇ ਧਾਰਨੀ ਬਣਨਾ ਚਾਹੁੰਦੇ ਹਾਂ, ਤੇ ਜਿਹੜੀ ਦਵੈਤ ਪੁਣੇ ਦੀ, ਈਰਖਾ ਪੁਣੇ ਦੀ ਭਾਵਨਾ ਹੈ, ਇਹ ਸਾਨੂੰ ਆਪਣੇ ਮਨਾਂ ਦੇ ਵਿੱਚੋਂ ਵਿਸਾਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਸਕਦਾ ਹੈ। ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਫਤਿਹ ਬੁਲਾ ਕਰਕੇ ਅਰਦਾਸ ਵਿੱਚ ਜੁੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।